Hello everyone, welcome to the official YouTube channel of All About Learning. Students, ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਰਹਿਣ ਵਾਲੀ ਹੈ। ਜੀਕੇ ਡੋਜ਼ ਐਪੀਸੋਡ 2 ਦੇ ਵਿੱਚ ਅੱਜ ਅਸੀਂ ਕਰਾਂਗੇ ਦ ਯੂਨਾਈਟਿਡ ਨੇਸ਼ਨਸ। ਜਿਹੜੇ ਸਟੂਡੈਂਟ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਇਹ ਟੌਪਿਕ ਕਾਫੀ ਸਕੋਰਿੰਗ ਹੈ, ਕਿਉਂਕਿ ਹਰ ਐਗਜ਼ਾਮ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਵਿੱਚੋਂ ਇੱਕ ਜਾਂ ਦੋ ਕੁਐਸਚਨਸ ਆਉਣ ਦੀ ਪੋਸੀਬਿਲਿਟੀ ਕਾਫੀ ਰਹਿੰਦੀ ਹੈ। ਸੋ ਲੈਟਸ ਗੈਟ ਸਟਾਰਟਿਡ। United Nations ਕੀ ਹੈ? The United Nations was established after World War II with the aim of preventing future wars, succeeding the ineffective League of Nations। ਤਾਂ ਬੱਚਿਓ, ਯੂਨਾਈਟਿਡ ਨੇਸ਼ਨਸ ਦੀ ਸਥਾਪਨਾ ਕਿਉਂ ਕੀਤੀ ਗਈ ਸੀ? ਕਿਉਂਕਿ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਇਹ ਮਹਿਸੂਸ ਕੀਤਾ ਜਾਣ ਲੱਗਿਆ ਸੀ ਕਿ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੇ ਯੁੱਧ ਨਾ ਹੋਣ ਤੇ ਸੰਸਾਰ ਦੇ ਵਿੱਚ ਸ਼ਾਂਤੀ ਬਣੀ ਰਹੇ। ਇਸ ਤੋਂ ਪਹਿਲਾਂ ਲੀਗ ਆਫ ਨੇਸ਼ਨਸ ਵੀ ਚਾਹੇ ਬਣਾਇਆ ਗਿਆ ਸੀ, ਪਰ ਉਹ ਇੰਨਾ ਜ਼ਿਆਦਾ ਅਸਰਦਾਰ ਸਾਬਿਤ ਨਹੀਂ ਸੀ ਹੋਇਆ। ਸੋ ਦੈਟਸ ਵਾਈ ਸਾਰੇ ਦੇਸ਼ਾਂ ਨੇ ਇਹ ਮਹਿਸੂਸ ਕੀਤਾ ਕਿ ਕਿਉਂ ਨਾ ਮਿਲ ਕੇ ਇੱਕ ਅੰਤਰਰਾਸ਼ਟਰੀ ਸੰਸਥਾ ਬਣਾਈ ਜਾਵੇ ਜੋ ਪੂਰੇ ਵਿਸ਼ਵ ਦੇ ਵਿੱਚ ਸ਼ਾਂਤੀ ਨੂੰ ਬਣਾ ਕੇ ਰੱਖ ਸਕੇ। ਤਾਂ ਇਸ ਕਰਕੇ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਹੈਗੀ ਇਸਟੈਬਲਿਸ਼ਮੈਂਟ ਕੀਤੀ ਗਈ ਸੀ। ਸਟੂਡੈਂਟਸ, 25 ਅਪ੍ਰੈਲ 1945 ਨੂੰ 50 ਦੇਸ਼ਾਂ ਨੇ ਇਕੱਠੇ ਹੋ ਕੇ ਇੱਕ ਕਾਨਫਰੰਸ ਕੀਤੀ। ਇਹ ਕਾਨਫਰੰਸ ਕੀਤੀ ਸੀਗੀ ਸਨ ਫਰਾਂਸਿਸਕੋ ਦੇ ਵਿੱਚ। On 25 April 1945, 50 governments met in San Francisco for a conference and started drafting UN Charter। ਬੱਚੋ ਤੁਸੀਂ ਇਹ ਚੀਜ਼ਾਂ ਨੋਟ ਡਾਊਨ ਕਰਦੇ ਜਾਣਾ, ਕਿਉਂਕਿ ਜੋ ਇਹ ਡੇਟਸ ਨੇ ਇਹ ਕਾਫੀ ਇੰਪੋਰਟੈਂਟ ਨੇ। ਤਾਂ 25 ਅਪ੍ਰੈਲ 1945 ਨੂੰ ਜਿਹੜੇ 50 ਦੇਸ਼ਾਂ ਦੀਆਂ ਸਰਕਾਰਾਂ ਮਿਲੀਆਂ ਸੀਗੀਆਂ ਸਨ ਫਰਾਂਸਿਸਕੋ ਦੇ ਵਿੱਚ, ਤਾਂ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਦਾ ਸੰਵਿਧਾਨ ਬਣਾਉਣਾ ਸ਼ੁਰੂ ਕਰ ਦਿੱਤਾ। ਚਾਰਟਰ ਹੁੰਦਾ ਹੈ ਸੰਵਿਧਾਨ। ਉਹਨਾਂ ਨੇ ਸੰਵਿਧਾਨ ਬਣਾਉਣਾ ਸ਼ੁਰੂ ਕਰ ਦਿੱਤਾ। ਇਟ ਵਾਜ਼ ਅਡਾਪਟਡ ਔਨ 25 ਜੂਨ 1945 ਐਂਡ ਟੁਕ ਇਫੈਕਟ ਔਨ 24 ਅਕਤੂਬਰ 1945। ਤਾਂ ਇਸ ਨੂੰ ਅਡਾਪਟ ਕੀਤਾ ਗਿਆ ਸੀਗਾ 25 ਜੂਨ 1945 ਨੂੰ, ਪਰੰਤੂ ਇਹ ਇਫੈਕਟ ਦੇ ਵਿੱਚ ਕਦੋਂ ਆਇਆ ਸੀਗਾ? 24 ਅਕਤੂਬਰ 1945। ਇਹ ਡੇਟ ਕਾਫੀ ਇੰਪੋਰਟੈਂਟ ਹੈ, ਤੁਸੀਂ ਇਸ ਨੂੰ ਨੋਟ ਡਾਊਨ ਕਰ ਲੈਣਾ। 24 ਅਕਤੂਬਰ 1945 ਨੂੰ ਜਿਹੜਾ ਯੂਨਾਈਟਿਡ ਨੇਸ਼ਨ ਸੀਗਾ ਇਹ ਫਾਊਂਡ ਹੋਇਆ ਸੀ। ਇਹ ਫਾਊਂਡਿੰਗ ਡੇਟ ਹੈ ਯੂਨਾਈਟਿਡ ਨੇਸ਼ਨਸ ਦੀ, ਤੇ ਇਸੇ ਦਿਨ ਹੀ ਇਸ ਦਾ ਸੰਵਿਧਾਨ ਜਿਹੜਾ ਸੀਗਾ ਇਹ ਹੋਂਦ ਵਿੱਚ ਆਇਆ ਸੀ। ਐਟ ਪ੍ਰੈਜ਼ੈਂਟ ਜਿਹੜੇ ਹੈਗੇ 193 ਮੈਂਬਰ ਇਸ ਦੇ ਦੇਸ਼ ਇਸ ਦੇ ਮੈਂਬਰ ਨੇ ਯੂਨਾਈਟਿਡ ਨੇਸ਼ਨਸ ਦੇ। ਐਟ ਪ੍ਰੈਜ਼ੈਂਟ ਕਿੰਨੇ ਦੇਸ਼ ਇਸ ਦੇ ਮੈਂਬਰ ਨੇ? 193। ਤੇ ਇਸ ਦੇ ਹੈੱਡਕੁਆਰਟਰਸ ਨਿਊਯਾਰਕ ਸਿਟੀ ਦੇ ਵਿੱਚ ਨੇ। ਵੈਰੀ ਇੰਪੋਰਟੈਂਟ ਕੁਐਸਚਨ, ਇਹ ਅਕਸਰ ਹੀ ਐਗਜ਼ਾਮ ਦੇ ਵਿੱਚ ਆਉਂਦਾ ਹੁੰਦਾ ਹੈ ਕਿ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਹੈੱਡਕੁਆਰਟਰਸ ਹੈ ਉਹ ਕਿੱਥੇ ਹੈ। ਤੁਹਾਨੂੰ ਆਪਸ਼ਨਸ ਦੇ ਦਿੱਤੀਆਂ ਜਾਣਗੀਆਂ ਤੇ ਸਹੀ ਆਪਸ਼ਨ ਹੋਵੇਗੀ ਨਿਊਯਾਰਕ ਸਿਟੀ। ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਰਟਰਸ ਨਿਊਯਾਰਕ ਸਿਟੀ ਦੇ ਵਿੱਚ ਨੇ। ਇਹ ਯੂਨਾਈਟਿਡ ਨੇਸ਼ਨਸ ਦੀ ਇਮਾਰਤ ਹੈ ਬੱਚੋ, ਤੁਸੀਂ ਦੇਖ ਸਕਦੇ ਹੋ। ਯੂਨਾਈਟਿਡ ਨੇਸ਼ਨਸ ਦੇ ਵਿੱਚ ਦੀ ਇਮਾਰਤ ਜੇ ਹੈਗੀ ਨਿਊਯਾਰਕ ਸਿਟੀ ਦੇ ਵਿੱਚ ਲੋਕੇਟਡ ਹੈ। ਯੂ ਕੈਨ ਸੀ ਹੇਅਰ, ਬਹੁਤ ਅੱਛੀ ਇਮਾਰਤ ਬਣੀ ਹੋਈ ਹੈ ਯੂਨਾਈਟਿਡ ਨੇਸ਼ਨਸ ਦੀ। ਹੁਣ ਅਸੀਂ ਗੱਲ ਕਰਦੇ ਹਾਂ ਜਿਹੜੇ ਇਹਦੇ 6 ਆਰਗੈਨਸ ਨੇ ਉਹ ਕਿਹੜੇ ਕਿਹੜੇ ਨੇ। ਥੀਸ ਆਰ ਵੈਰੀ ਇੰਪੋਰਟੈਂਟ। ਪਹਿਲਾ ਹੈਗਾ ਜਨਰਲ ਅਸੈਂਬਲੀ, ਸੈਕਿੰਡ ਹੈ ਸਿਕਿਉਰਿਟੀ ਕਾਉਂਸਲ, ਤੀਸਰਾ ਹੈ ਇਕਨੋਮਿਕ ਐਂਡ ਸੋਸ਼ਲ ਕਾਉਂਸਲ ਜਿਸ ਨੂੰ ਇਕੋਸੌਕ ਵੀ ਕਿਹਾ ਜਾਂਦਾ ਹੈ, ਇਕਨੋਮਿਕ ਐਂਡ ਸੋਸ਼ਲ ਕਾਉਂਸਲ। ਫੋਰਥ ਹੈ ਟਰਸਟੀਸ਼ਿਪ ਕਾਉਂਸਲ, ਫਿਫਥ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਤੇ ਸਿਕਸਥ ਹੈ ਯੂਐਨ ਸੈਕਟਰੀਏਟ ਜਿਸ ਨੂੰ ਕਿ ਸਕੱਤਰੇਤ ਵੀ ਕਿਹਾ ਜਾਂਦਾ ਹੈ, ਸੰਯੁਕਤ ਰਾਸ਼ਟਰ ਸਕੱਤਰੇਤ। ਅਤੇ ਬੱਚੋ ਇਸ ਦੀਆਂ ਹੋਰ ਵੀ ਬਹੁਤ ਜ਼ਿਆਦਾ ਸਪੈਸ਼ਲਾਈਜ਼ਡ ਏਜੰਸੀਜ਼ ਨੇ, ਬਹੁਤ ਸਾਰੇ ਫੰਡਸ ਨੇ ਅਤੇ ਬਹੁਤ ਸਾਰੇ ਪ੍ਰੋਗਰਾਮਸ ਨੇ ਜਿਹੜੇ ਕਿ ਯੂਨਾਈਟਿਡ ਨੇਸ਼ਨਸ ਦੇ ਅੰਡਰ ਕੰਮ ਕਰ ਰਹੇ ਨੇ। ਜਿਸ ਤਰ੍ਹਾਂ ਕਿ ਕੁਝ ਐਗਜ਼ਾਮਪਲਸ ਦੱਸ ਰਹੀ ਹਾਂ ਤੁਹਾਨੂੰ। WHO, ਇਹ ਤੁਸੀਂ ਬਹੁਤ ਸੁਣ ਰਹੇ ਹੋਗੇ ਨਾਓ ਡੇਜ਼, ਕਿਉਂਕਿ ਕਰੋਨਾ ਕਰਕੇ WHO ਹੈ ਜਿਹੜਾ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ। ਵਰਲਡ ਹੈਲਥ ਆਰਗੇਨਾਈਜੇਸ਼ਨ, ਇਹਨਾਂ ਤੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਹਦਾਇਤਾਂ ਜਾਰੀ ਹੁੰਦੀਆਂ ਰਹਿੰਦੀਆਂ ਨੇ, ਕਰੋਨਾ ਦੇ ਬਾਰੇ ਵਿੱਚ ਗਾਈਡਲਾਈਨਸ ਸਾਨੂੰ ਮਿਲਦੀਆਂ ਰਹਿੰਦੀਆਂ ਨੇ। ਤਾਂ ਇਹ ਸੰਸਥਾ ਹੈ ਜਿਹੜੀ ਇਹ ਯੂਨਾਈਟਿਡ ਨੇਸ਼ਨਸ ਦੇ ਅੰਡਰ ਹੀ ਕੰਮ ਕਰ ਰਹੀ ਹੈ। ਯੂਨਾਈਟਿਡ ਨੇਸ਼ਨਸ ਦੀ ਹੀ ਇੱਕ ਸੰਸਥਾ ਹੈ। WFP ਹੋ ਗਿਆ, ਵਰਲਡ ਫੂਡ ਪ੍ਰੋਗਰਾਮ, ਯੂਨੈਸਕੋ ਹੋ ਗਿਆ, ਯੂਨੀਸੈਫ ਹੋ ਗਿਆ। ਇਹ ਬਹੁਤ ਹੀ ਇੰਪੋਰਟੈਂਟ ਏਜੰਸੀਜ਼ ਨੇ ਕਿਸ ਦੀਆਂ? ਯੂਨਾਈਟਿਡ ਨੇਸ਼ਨਸ ਦੀਆਂ।
ਹੁਣ ਗੱਲ ਕਰਦੇ ਹਾਂ ਕਿ ਯੂਨਾਈਟਿਡ ਨੇਸ਼ਨ ਦਾ ਚੀਫ ਕੌਣ ਹੈ। ਚੀਫ ਐਡਮਿਨਿਸਟ੍ਰੇਟਿਵ ਆਫਿਸਰ ਇਜ਼ ਕਾਲਡ ਸੈਕਟਰੀ ਜਨਰਲ। ਯੂਨਾਈਟਿਡ ਨੇਸ਼ਨਸ ਦੇ ਚੀਫ ਨੂੰ ਕੀ ਕਿਹਾ ਜਾਂਦਾ ਹੈ? ਸੈਕਟਰੀ ਜਨਰਲ। ਕਰੰਟਲੀ ਹੁਣ ਜਿਹੜੇ ਸੈਕਟਰੀ ਜਨਰਲ ਨੇ ਉਹਨਾਂ ਦਾ ਨਾਮ ਹੈ ਐਂਟੋਨੀਓ ਗੁਟਰੇਸ। ਤੇ ਬੱਚੋ ਇਹ ਪੁਰਤਗਾਲ ਦੇਸ਼ ਦੇ ਨਾਲ ਸੰਬੰਧ ਰੱਖਦੇ ਆ। ਇੱਕ ਗੱਲ ਤੁਸੀਂ ਹੋਰ ਕੀ ਯਾਦ ਰੱਖਣੀ ਹੈ ਕਿ ਇਹਨਾਂ ਨੂੰ ਸੈਕਿੰਡ ਟਾਈਮ ਚੁਣਿਆ ਗਿਆ। ਹੀ ਇਜ਼ ਰੀ-ਇਲੈਕਟਡ ਫਾਰ ਸੈਕਿੰਡ ਟਾਈਮ ਫਾਰ 5 ਈਅਰ ਟਰਮ। ਜਿਹੜੀ ਇਹਨਾਂ ਦੀ ਟਰਮ ਹੁੰਦੀ ਹੈ ਉਹ 5 ਸਾਲਾਂ ਦੀ ਹੁੰਦੀ ਹੈ। ਇੱਕ ਵਾਰ ਇਹਨਾਂ ਦੀ ਜਿਹੜੀ 5 ਸਾਲ ਦੀ ਟਰਮ ਸੀਗੀ ਉਹ ਪੂਰੀ ਹੋ ਗਈ ਸੀ ਤੇ ਇਹਨਾਂ ਨੂੰ ਹੁਣ ਸੈਕਿੰਡ ਟਾਈਮ ਅਗਲੇ 5 ਸਾਲਾਂ ਲਈ ਚੁਣ ਲਿਆ ਗਿਆ। ਕਿੰਨੀ ਤਾਰੀਖ ਨੂੰ ਚੁਣਿਆ ਗਿਆ? 8 ਜੂਨ 2021। ਇਹ ਡੇਟ ਜਿਹੜੀ ਹੈਗੀ ਚਾਹੇ ਜ਼ਿਆਦਾ ਇੰਪੋਰਟੈਂਟ ਨਹੀਂ ਹੈ, ਤੁਹਾਨੂੰ ਯਾਦ ਰੱਖਣ ਦੀ ਵੀ ਲੋੜ ਨਹੀਂ ਹੈ ਤੇ ਨੋਟ ਡਾਊਨ ਵੀ ਚਾਹੇ ਤੁਸੀਂ ਨਾ ਕਰੋ, ਪਰ ਇਹ ਗੱਲ ਯਾਦ ਰੱਖਣੀ ਕਿ ਇਹਨਾਂ ਨੂੰ ਸੈਕਿੰਡ ਟਾਈਮ ਇਲੈਕਟ ਕਰ ਲਿਆ ਗਿਆ। ਕਿਹਨਾਂ ਨੂੰ? ਐਂਟੋਨੀਓ ਗੁਟਰੇਸ, ਜਿਹੜੇ ਕਿ ਯੂਨਾਈਟਿਡ ਨੇਸ਼ਨ ਦੇ ਚੀਫ ਨੇ, ਭਾਵ ਸੈਕਟਰੀ ਜਨਰਲ ਨੇ। ਸੋ ਦੈਟਸ ਆਲ ਫਾਰ ਟੂਡੇ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। Goodbye.